ਹੈਲੋ ਜੀ, ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ YouTube ਚੈਨਲ ਤੇ ਅੱਜ ਆਪਾਂ ਕਰਾਂਗੇ ਜਨਰਲ ਅਵੇਅਰਨੈਸ ਵਿਦ ਜਨਰਲ ਸਾਇੰਸ ਸੀਰੀਜ਼ ਦਾ ਨੈਕਸਟ ਪਾਰਟ। ਹੋਪਸ ਸੋ ਤੁਹਾਨੂੰ ਸੀਰੀਜ਼ ਬਹੁਤ ਵਧੀਆ ਪਸੰਦ ਆ ਰਹੀ ਹੋਊਗੀ। ज़्यादा ਤੋਂ ज़्यादा ਸ਼ੇਅਰ ਵੀ ਕਰੋ ਕਿਉਂਕਿ ਇਹ ਕੁਐਸਚਨਸ ਨੇ ਬਹੁਤ ਇੰਪੋਰਟੈਂਟ ਨੇ। ਤੁਸੀਂ ਕੋਈ ਵੀ ਐਗਜ਼ਾਮ ਦੋਗੇ, ਹਰ ਇੱਕ ਐਗਜ਼ਾਮ ਦੇ ਵਿੱਚ ਜਿਹੜੇ ਨੇ ਕੰਮ ਹੋਣਗੇ, ਚਾਹੇ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ, ਚਾਹੇ PSSB ਕਲਰਕ ਦਾ ਤੁਸੀਂ ਹੁਣ ਐਗਜ਼ਾਮ ਦੋਗੇ, ਚਾਹੇ ਅੱਗੇ ਵੀਡੀਓ ਦਾ ਪੇਪਰ ਹੋਣਾ, ਚਾਹੇ ਕੋਈ ਵੀ ਪੇਪਰ ਹੋਣਾ, ਹਰ ਐਗਜ਼ਾਮ ਲਈ ਕੁਐਸਚਨਸ ਨੇ ਜਿਹੜੇ ਇੰਪੋਰਟੈਂਟ ਨੇ। ਠੀਕ ਹੈ, ਤੇ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਬੱਚੇ ਉਹ ਡਿਸਕ੍ਰਿਪਸ਼ਨ 'ਚ ਦੇ ਰੱਖਿਆ ਆਪਾਂ। ਤੁਸੀਂ ਉੱਥੇ ਟੈਲੀਗ੍ਰਾਮ ਚੈਨਲ ਤੇ ਜਾ ਕੇ ਬਹੁਤ ਸਾਰੇ ਕੁਐਸਚਨਸ ਅਸੀਂ ਉੱਥੇ ਵੀ ਪਾ ਰੱਖੇ ਨੇ, ਉਹ ਜਾ ਕੇ ਦੇਖ ਸਕਦੇ ਹੋ। ਤੇ ਇੰਪੋਰਟੈਂਟ ਇਨਫੋਰਮੇਸ਼ਨ ਜੋ ਵੀ ਹੁੰਦੀ ਹੈ ਉਹ ਅਸੀਂ ਟੈਲੀਗ੍ਰਾਮ ਚੈਨਲ ਤੇ ਪਾ ਦਿੰਦੇ ਹਾਂ। ਠੀਕ ਹੈ ਜੀ, ਤੇ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਉਹ ਹੈ ਜੀ ਐਟਮੋਸਫੇਰਿਕ ਪ੍ਰੈਸ਼ਰ। ਐਟਮੋਸਫੈਰਿਕ ਪ੍ਰੈਸ਼ਰ ਜਿਹਨੂੰ ਤੁਸੀਂ ਕਹਿੰਦੇ ਹੋ ਵਾਯੂਮੰਡਲੀ ਦਾਬ। ਐਟਮੋਸਫੈਰਿਕ ਪ੍ਰੈਸ਼ਰ ਦੀ SI ਯੂਨਿਟ ਕੀ ਹੁੰਦੀ ਹੈ? ਤੇ ਇਹਦੀ SI ਯੂਨਿਟ ਹੁੰਦੀ ਹੈ ਬੱਚੇ ਬਾਰ। ਕੀ ਹੁੰਦੀ ਹੈ SI ਯੂਨਿਟ? ਇਹਦੀ SI ਯੂਨਿਟ ਹੁੰਦੀ ਹੈ ਬੱਚੇ ਬਾਰ। ਉਸੇ ਤਰੀਕੇ ਨਾਲ ਪੁੱਛਿਆ ਜਾਏ ਤੁਹਾਡੇ ਕੋਲੋਂ ਕਿਸ ਇਨਸਟਰੂਮੈਂਟ ਨਾਲ, ਕਿਸ ਉਪਕਰਨ ਨਾਲ ਜਿਹੜਾ ਵਾਯੂਮੰਡਲੀ ਦਾਬ ਜਿਹੜਾ ਉਹ ਮੇਜ਼ਰ ਕਰਿਆ ਜਾਂਦਾ ਹੈ, ਤਾਂ ਤੁਸੀਂ ਆਨਸਰ ਜਿਹੜਾ ਦਵੋਗੇ ਉਹ ਕੀ ਦਵੋਗੇ ਬੱਚੇ? ਬੈਰੋਮੀਟਰ। ਕੀ ਦਵੋਗੇ? ਬੈਰੋਮੀਟਰ। ਬੈਰੋਮੀਟਰ ਦੇ ਵਿੱਚ ਜਿਹੜਾ ਲਿਕਵਿਡ ਭਰਿਆ ਹੁੰਦਾ ਉਹ ਹੁੰਦਾ ਪਾਰਾ, ਯਾਨੀ ਇੰਗਲਿਸ਼ 'ਚ ਤੁਸੀਂ ਇਹਨੂੰ ਕਹਿ ਸਕਦੇ ਹੋ ਮਰਕਰੀ। ਕੀ ਕਹਿ ਸਕਦੇ ਹੋ? ਮਰਕਰੀ। ਮਰਕਰੀ ਦਾ ਸਿੰਬਲ ਹੁੰਦਾ ਬੱਚੇ Hg, ਤੇ ਇਹਦਾ ਐਟੋਮਿਕ ਨੰਬਰ ਪੁੱਛਿਆ ਜਾਏ, ਪਰਮਾਣੂ ਸੰਖਿਆ ਪੁੱਛੀ ਜਾਏ ਤਾਂ ਤੁਸੀਂ ਦੱਸੋਗੇ 80। परमाणु संख्या पूछी जाए तो कि दसोगे 80। एटमोसफेरिक प्रैशर तो शुरू करिया मैं। ठीक है, हवा नाल जिहड़ा प्रैशर बनता है ਉਹ ਕੀ ਹੁੰਦਾ? ਐਟਮੋਸਫੈਰਿਕ ਪ੍ਰੈਸ਼ਰ ਹੁੰਦਾ ਹੈ। ਇਹਦੀ SI ਯੂਨਿਟ ਕੀ ਹੁੰਦੀ ਹੈ? ਬਾਰ ਹੁੰਦੀ ਹੈ। ਉਸੇ ਤਰੀਕੇ ਨਾਲ ਉਪਕਰਨ ਪੁੱਛਿਆ ਜਾਏ ਕਿਹੜਾ ਯੂਜ਼ ਹੁੰਦਾ ਤਾਂ ਤੁਸੀਂ ਦੱਸੋਗੇ ਬੈਰੋਮੀਟਰ ਦਾ ਯੂਜ਼ ਹੁੰਦਾ ਹੈ। ਬੈਰੋਮੀਟਰ ਦੇ ਵਿੱਚ ਕਿਹੜਾ ਲਿਕਵਿਡ ਭਰਿਆ ਜਾਂਦਾ ਹੈ ਤਾਂ ਤੁਸੀਂ ਦੱਸੋਗੇ ਪਾਰਾ। ਓਨਲੀ ਵਨ ਮੈਟਲ ਇਨ ਲਿਕਵਿਡ ਫੇਜ਼। ਸਿਰਫ ਔਰ ਸਿਰਫ ਇੱਕ ਧਾਤ ਜਿਹੜੇ ਲਿਕਵਿਡ ਫੇਜ਼ ਵਿੱਚ ਪਾਈ ਜਾਂਦੀ ਹੈ ਉਹ ਕੀ ਹੁੰਦੀ ਹੈ? ਪਾਰਾ ਹੁੰਦੀ ਹੈ। ਇਹਦਾ ਐਟੋਮਿਕ ਨੰਬਰ ਜਿਹੜਾ ਹੁੰਦਾ ਬੱਚੇ ਉਹ ਹੁੰਦਾ 80, ਤੇ ਐਟੋਮਿਕ ਸਿੰਬਲ ਕੀ ਹੁੰਦਾ ਜਾਂ ਸਿੱਧਾ ਸਿੰਬਲ ਪੁੱਛ ਲੈ ਕੀ ਹੁੰਦਾ? Hg। ਠੀਕ ਹੈ, ਉੱਦਾਂ ਹੀ ਨੈਕਸਟ ਜਿਹੜਾ ਕੁਐਸਚਨ ਬਣਦਾ ਆਪਣਾ ਉਹ ਬਣਦਾ ਕਿ ਭੂਕੰਪ ਨੂੰ ਮਾਪਣ ਵਾਸਤੇ ਕਾਹਦਾ ਯੂਜ਼? ਭੂਚਾਲ ਹੋ ਗਿਆ, ਭੂਕੰਪ ਹੋ ਗਿਆ, ਉਹਨੂੰ ਮਾਪਣ ਵਾਸਤੇ ਕਿਹਦਾ ਯੂਜ਼ ਕੀਤਾ ਜਾਂਦਾ ਹੈ? ਤਾਂ ਉਹਨੂੰ ਮਾਪਣ ਵਾਸਤੇ ਸਿਸਮੋਗ੍ਰਾਫੀ ਦਾ ਯੂਜ਼ ਕਰਿਆ ਜਾਂਦਾ ਹੈ। ਸਿਸਮੋਗ੍ਰਾਫੀ ਦਾ ਯੂਜ਼ ਕਰਿਆ ਜਾਂਦਾ ਹੈ। ਭੂਚਾਲ ਨੂੰ ਮਾਪਣ ਵਾਸਤੇ ਕਿਹਦਾ ਯੂਜ਼ ਕਰਿਆ ਜਾਂਦਾ ਹੈ? ਭੂਕੰਪ ਨੂੰ ਮਾਪਣ ਵਾਸਤੇ ਕਿਹਦਾ ਯੂਜ਼ ਕਰਿਆ ਜਾਂਦਾ ਹੈ? ਸਿਸਮੋਗ੍ਰਾਫੀ ਦਾ ਯੂਜ਼ ਕਰਿਆ ਜਾਂਦਾ ਹੈ। ਉੱਦਾਂ ਹੀ ਕਿਹੜੇ ਸਕੇਲ ਤੇ ਭੂਚਾਲ ਨੂੰ ਮਾਪਦੇ ਆ ਤਾਂ ਤੁਸੀਂ ਦੱਸੋਗੇ ਰਿਕਟਰ ਸਕੇਲ ਜਿਹੜਾ ਹੈ, ਰਿਐਕਟਰ ਸਕੇਲ ਜਿਹੜਾ ਹੈ ਉਹਦੇ ਤੇ ਮੇਜ਼ਰ ਕਰਦੇ। ਭੂਕੰਪ ਨੂੰ ਰਿਐਕਟਰ ਸਕੇਲ ਤੇ ਜਿਹੜਾ ਹੈ ਉਹ ਮੇਜ਼ਰ ਕਰਿਆ ਜਾਂਦਾ। ਇਹ ਦੋਨੋਂ ਟਰਮਸ ਜਿਹੜੀਆਂ ਨੇ ਉਹ ਭੂਕੰਪ ਤੋਂ ਰਿਲੇਟਡ ਨੇ। ਦੋਨੋਂ ਟਰਮਸ ਕਿਹਦੇ ਤੋਂ ਰਿਲੇਟਡ ਨੇ? ਭੂਕੰਪ ਤੋਂ ਰਿਲੇਟਡ ਹੈਗੀਆਂ ਨੇ। ਨੈਕਸਟ ਜਿਹੜਾ ਕੁਐਸਚਨ ਹੈ ਉਹ ਹੈਗਾ ਆਪਣਾ ਬੌਕਸਾਈਟ। ਬੌਕਸਾਈਟ ਜਿਹੜਾ ਹੈ ਉਹ ਕਿਹਦਾ ਅਯਸਕ ਹੈ, ਕਿਹਦਾ ਔਰ ਹੈ? ਜਿੱਦਾਂ ਕਿ ਲਾਸਟ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਯੂਰੇਨੀਅਮ ਕਿਹਦਾ ਅਯਸਕ ਹੈ, ਉੱਦਾਂ ਹੀ ਬੌਕਸਾਈਟ ਜਿਹੜਾ ਹੈ ਉਹ ਕਿਹਦਾ ਔਰ ਹੈ? ਔਰ ਕੀ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਧਾਤਾਂ ਨੂੰ ਕੱਢਦੇ ਹਾਂ, ਮੈਟਲਸ ਨੂੰ ਐਕਸਟ੍ਰੈਕਟ ਕਰਦੇ ਹਾਂ, ਉਹ ਕੀ ਹੁੰਦੇ ਨੇ? ਔਰ ਹੁੰਦੇ ਨੇ। ਮੈਂ ਐਗਜ਼ਾਮਪਲ ਦਿੱਤਾ ਸੀ ਲਾਸਟ ਵੀਡੀਓ ਵਿੱਚ ਕਿ ਲੋਹਾ ਆਪਾਂ ਨੂੰ ਮਿਲਦਾ ਹੈਮੇਟਾਈਟ ਤੇ ਮੈਗਨੇਟਾਈਟ ਤੋਂ। ਉੱਦਾਂ ਹੀ ਬੌਕਸਾਈਟ ਆਪਾਂ ਨੂੰ ਕਿਹੜੇ ਔਰ ਤੋਂ? ਬੌਕਸਾਈਟ ਔਰ ਹੈ ਕਿਹੜੀ ਮੈਟਲ ਦਾ? ਐਲੂਮੀਨੀਅਮ ਮੈਟਲ ਜਿਹੜੀ ਆਪਾਂ ਨੂੰ ਮਿਲਦੀ ਹੈ, ਐਲੂਮੀਨੀਅਮ ਮੈਟਲ ਮਿਲਦੇ। ਇੱਕ ਹੋਰ ਵੀ ਇੱਥੇ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿ ਦੇਖੋ ਕਿਹੜੀ ਐਵੇਂ ਦੀ ਮੈਟਲ ਹੈ ਜਿਹੜੀ ਆਪਣੇ ਹੀ ਆਕਸਾਈਡ ਦੀ ਲੇਅਰ ਨਾਲ ਆਪਦੇ ਆਪ ਨੂੰ ਪ੍ਰੋਟੈਕਟ ਕਰਦੀ ਹੈ। ਜਿੱਦਾਂ ਕਿ ਮੈਂ ਦੱਸਾਂ ਲੋਹਾ ਆਪਦੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਜ਼ਿੰਕ ਦੀ ਲੇਅਰ ਆਪਾਂ ਉਹਦੇ ਤੇ ਚੜਾਉਂਦੇ ਹਾਂ, ਗਲਵੈਨਲਾਈਜੇਸ਼ਨ ਕਰਦੇ ਹਾਂ ਜ਼ਿੰਕ ਦੀ ਲੇਅਰ ਚੜਾ ਕੇ। ਠੀਕ ਹੈ, ਉੱਦਾਂ ਹੀ ਜੇ ਪੁੱਛਿਆ ਜਾਵੇ ਕਿ ਐਵੇਂ ਦੀ ਮੈਟਲ ਦਾ ਨਾਮ ਦੱਸੋ ਜਿਹੜੀ ਆਪਣੇ ਹੀ ਆਕਸਾਈਡ ਦੀ ਲੇਅਰ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈਂਦੀ ਹੈ, ਉਹ ਕਿਹੜੀ ਹੈ? ਐਲੂਮੀਨੀਅਮ ਹੈ। ਐਲੂਮੀਨੀਅਮ ਆਕਸਾਈਡ AlO ਬੌਕਸਾਈਟ ਹੁੰਦਾ ਹੈ। ਇਹ ਆਪਣੇ ਆਪ ਨੂੰ ਇਹਦੇ ਨਾਲ ਐਕਸਟ੍ਰੈਕਟ ਕਰ ਲੈਂਦੀ ਹੈ, ਸਮਝ ਆਈ? ਪ੍ਰੋਟੈਕਟ ਕਰ ਲੈਂਦੀ ਹੈ। ਠੀਕ ਹੈ ਜੀ, ਸਮਝ ਆ ਗਈ ਹੋਗੀ ਇੰਨੀ ਗੱਲ। ਚਲੋ ਜੀ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੁਐਸਚਨ ਆਪਣਾ ਕਿਹੜਾ? ਨੈਕਸਟ ਕੁਐਸਚਨ ਹੈ ਆਪਣਾ ਚਾਹ ਦੇ, ਜਿਹੜੀ ਚਾਹ ਆਪਾਂ ਪੀਂਦੇ ਆ, ਠੀਕ ਹੈ, ਚਾਹ ਟੀ, ਚਾਹ ਦੇ ਕਿਹੜੇ ਚਾਹ ਦੇ ਪੌਦੇ ਦੇ, ਚਾਹ ਦੇ ਪਲਾਂਟ ਦੇ ਕਿਹੜੇ ਹਿੱਸੇ ਦਾ ਯੂਜ਼ ਜਿਹੜਾ ਉਹ ਚਾਹ ਬਣਾਉਣ ਵਾਸਤੇ ਕਰਿਆ ਜਾਂਦਾ ਹੈ, ਚਾਹ ਪੱਤੀ ਬਣਾਉਣ ਵਾਸਤੇ
ਕਰਿਆ ਜਾਂਦਾ ਹੈ ਤਾਂ ਤੁਸੀਂ ਦੱਸੋਗੇ ਲੀਵਸ ਯੂਜ਼ ਹੁੰਦੀਆਂ ਨੇ। ਕੀ ਯੂਜ਼ ਹੁੰਦੀਆਂ ਨੇ? ਲੀਵਸ ਹੁੰਦੀਆਂ ਪੱਤੀਆਂ। ਜਿੱਦਾਂ ਅਫੀਮ ਬਣਾਉਣ ਵਾਸਤੇ ਫੁੱਲ ਦਾ ਯੂਜ਼ ਹੁੰਦਾ ਹੈ, ਅਫੀਮ ਦੇ ਫਲਾਵਰ ਦਾ ਯੂਜ਼ ਕਰਿਆ ਜਾਂਦਾ ਹੈ, ਠੀਕ ਹੈ, ਜਿਹਨੂੰ ਤੁਸੀਂ ਡੋਡੇ ਕਹਿੰਦੇ ਹੋ, ਹੈ ਨਾ। ਤਾਂ ਉਹ ਲੀਵਸ ਚਾਹ ਦੀਆਂ ਹੁੰਦੀਆਂ ਨੇ ਲੀਵਸ, ਤੇ ਅਫੀਮ ਦਾ ਕੀ ਹੁੰਦਾ ਹੈ? ਫਲਾਵਰ ਹੁੰਦਾ ਹੈ। ਧਿਆਨ ਰੱਖਿਓ ਇਸ ਗੱਲ ਨੂੰ। ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਹੈ, ਕਿਸੇ ਵੀ ਤੱਤ ਦੇ ਸਭ ਤੋਂ ਛੋਟੇ ਕਣ ਨੂੰ ਕੀ ਕਹਿੰਦੇ ਆ? ਕਿਸੇ ਵੀ ਤੱਤ ਦੇ ਸਭ ਤੋਂ ਛੋਟੇ ਕਣ ਨੂੰ, ਸਭ ਤੋਂ ਛੋਟੇ ਕਣ ਨੂੰ ਕੀ ਕਿਹਾ ਜਾਂਦਾ ਹੈ? ਛੋਟੇ ਕਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਤੁਸੀਂ ਕੀ ਆਨਸਰ ਦਓਗੇ? ਤਾਂ ਕੀ ਆਨਸਰ ਦਓਗੇ? ਤੁਸੀਂ ਦਓਗੇ ਪਰਮਾਣੂ। ਦ ਸਮੋਲੈਸਟ ਪਾਰਟੀਕਲ ਆਫ ਐਨੀ, ਮਤਲਬ ਐਲੀਮੈਂਟ, ਐਨੀ ਐਲੀਮੈਂਟ ਦੇ ਸਭ ਤੋਂ ਛੋਟੇ ਪਾਰਟੀਕਲ ਨੂੰ ਕੀ ਕਹਿੰਦੇ ਹੋ? ਪਰਮਾਣੂ ਕਹਿੰਦੇ ਹੋ, ਐਟਮ ਕਹਿੰਦੇ ਹੋ। ਕੀ ਕਹਿੰਦੇ ਹੋ? ਐਟਮ ਕਹਿੰਦੇ ਹੋ। ਕੱਲ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਐਟਮ ਪੂਰੀ ਤਰ੍ਹਾਂ ਡਿਸਕ੍ਰਾਈਬ ਕਰਿਆ ਸੀ ਕਿ ਐਟਮ ਕੀ ਹੁੰਦਾ ਹੈ। ਐਟਮ ਸਭ ਤੋਂ ਛੋਟਾ, ਇਹਦੇ 3 ਪਾਰਟੀਕਲਸ ਹੁੰਦੇ ਨੇ, ਇਹਦੇ ਵਿੱਚ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਪਿੱਛੇ ਵਾਲੀ ਵੀਡੀਓ ਤੁਸੀਂ ਜ਼ਰੂਰ ਜਾ ਕੇ ਦੇਖਣੀ ਹੈ, ਮੈਂ ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸਮਝਾਈਆਂ ਨੇ। ਨੈਕਸਟ ਕੁਐਸਚਨ ਜਿਹੜਾ ਆਪਣਾ ਹੈ, ਮਾਨਵ ਸਰੀਰ ਦਾ, ਮਨੁੱਖ ਦੇ ਸਰੀਰ ਦਾ ਨੋਰਮਲ ਟੈਂਪਰੇਚਰ ਡਿਗਰੀ ਸੈਲਸੀਅਸ ਵਿੱਚ ਕਿੰਨਾ ਹੁੰਦਾ ਹੈ? ਮਨੁੱਖ ਦੇ ਸਰੀਰ ਦਾ, ਮਨੁੱਖ ਦੀ ਬੋਡੀ ਦਾ ਨੋਰਮਲ ਟੈਂਪਰੇਚਰ, ਨੋਰਮਲ ਟੈਂਪਰੇਚਰ ਜਿਹੜਾ ਹੈ, ਨੋਰਮਲ ਟੈਂਪਰੇਚਰ ਜਿਹੜਾ ਉਹ ਕਿੰਨਾ ਹੁੰਦਾ ਹੈ? ਤਾਂ ਉਹ ਡਿਗਰੀ ਸੈਲਸੀਅਸ ਵਿੱਚ ਪੁੱਛਿਆ 37 ਡਿਗਰੀ ਸੈਲਸੀਅਸ ਹੁੰਦਾ। ਫਾਰਨਹਾਈਟ ਵਿੱਚ ਪੁੱਛਿਆ ਜਾਏ ਤਾਂ 98.6 ਡਿਗਰੀ ਫਾਰਨਹਾਈਟ ਹੁੰਦਾ ਹੈ। ਕੈਲਵਿਨ ਦੇ ਵਿੱਚ ਪੁੱਛਿਆ ਜਾਏ ਤਾਂ ਤੁਸੀਂ ਸਿੱਧਾ 273 ਵਿੱਚ ਕਿੰਨਾ ਜੋੜ ਦੇਣਾ ਹੈ ਜੀ? 273 ਵਿੱਚ ਤੁਸੀਂ 37 ਨੂੰ ਜੋੜ ਦਿਓ, ਕਿੰਨਾ ਬਣੂਗਾ? ਇਹ ਤੁਹਾਡਾ ਬਣੂਗਾ ਮੇਰੇ ਖਿਆਲ 'ਚ 300 ਕੈਲਵਿਨ। ਤੇ ਕਿੰਨਾ ਹੋ ਗਿਆ? ਇਹ 300 ਕੈਲਵਿਨ ਹੋ ਗਿਆ, ਠੀਕ ਹੈ। ਕਿੰਨਾ ਹੋ ਗਿਆ ਜੀ? 300 ਕੈਲਵਿਨ ਹੋ ਗਿਆ। ਇਹ ਤੁਹਾਡਾ ਟੈਂਪਰੇਚਰ ਹੋ ਗਿਆ। ਸਮਝ ਆਈ ਨਹੀਂ ਗੱਲ? ਨਹੀਂ, 310, ਠੀਕ ਹੈ, 310 ਕੈਲਵਿਨ ਹੋ ਗਿਆ। ਕਲੀਅਰ ਹੈ ਨਹੀਂ ਗੱਲ? 310 ਕੈਲਵਿਨ ਹੋ ਗਿਆ ਨੋਰਮਲ। ਤੇ ਨੋਰਮਲ ਰੂਮ ਟੈਂਪਰੇਚਰ ਪੁੱਛਿਆ ਜਾਏ, ਨੋਰਮਲ ਰੂਮ ਟੈਂਪਰੇਚਰ ਪੁੱਛਿਆ ਜਾਏ ਕਿ ਨੋਰਮਲ ਰੂਮ ਟੈਂਪਰੇਚਰ ਜਿਹਦੇ ਵਿੱਚ ਆਪਾਂ ਰਹਿ ਸਕਦੇ ਆ ਉਹ ਹੁੰਦਾ 27 ਡਿਗਰੀ ਸੈਲਸੀਅਸ। ਉੱਦਾਂ ਹੀ ਤੁਹਾਡੇ ਕੋਲੋਂ ਕੈਲਵਿਨ 'ਚ ਪੁੱਛਿਆ ਜਾਏ ਤਾਂ ਤੁਸੀਂ 273 ਪਲੱਸ ਕਿੰਨਾ ਕਰ ਦੋਗੇ? 27 ਕਰ ਦੋਗੇ। ਇਹ ਕਿੰਨਾ ਹੋ ਜਾਊਗਾ? 300 ਕੈਲਵਿਨ। ਇਹ 273 ਮੈਂ ਕਿਉਂ ਯੂਜ਼ ਕਰਿਆ? ਜਦੋਂ ਤੁਸੀਂ ਡਿਗਰੀ ਸੈਲਸੀਅਸ ਦੀ ਵੈਲਿਊ ਨੂੰ ਕੈਲਵਿਨ ਵਿੱਚ ਚੇਂਜ ਕਰ ਦਿਓ, ਜਦੋਂ ਵੀ ਡਿਗਰੀ ਸੈਲਸੀਅਸ ਦੀ ਵੈਲਿਊ ਨੂੰ ਕੈਲਵਿਨ ਵਿੱਚ ਚੇਂਜ ਕਰ ਦਿਓ, ਉਹਦੇ ਵਿੱਚ 273 ਨੂੰ ਜੋੜ ਦਿੱਤਾ ਜਾਂਦਾ, ਉਹਦੇ ਵਿੱਚ 273 ਨੂੰ ਜੋੜ ਦਿੱਤਾ ਜਾਂਦਾ ਹੈ। ਸਮਝ ਆਈ ਇੰਨੀ ਗੱਲ? ਹੋਪ ਸੋ ਤੁਹਾਨੂੰ ਇਹ ਸਾਰੇ ਪੁਆਇੰਟਸ ਕਾਫੀ ਕਲੀਅਰ ਹੋ ਰਹੇ ਹੋਣਗੇ। ਸਾਰੇ ਪੁਆਇੰਟਸ ਜਿਹੜੇ ਨੇ ਉਹ ਕਾਫੀ ਕਲੀਅਰ ਹੋ ਰਹੇ ਹੋਣਗੇ। ਨੈਕਸਟ ਕੁਐਸਚਨ ਹੈ ਜੀ, ਪ੍ਰੋਟੀਨ ਦਾ ਨਿਰਮਾਣ ਕੌਣ ਕਰਦਾ ਹੈ? ਪ੍ਰੋਟੀਨ ਦਾ ਨਿਰਮਾਣ ਕੌਣ ਕਰਦਾ? ਪ੍ਰੋਟੀਨ ਕਾਦੇ ਤੋਂ ਬਣਦੇ ਨੇ? ਤਾਂ ਪ੍ਰੋਟੀਨ ਬਣਦੇ ਨੇ ਅਮੀਨੋ ਅਮਲ ਤੋਂ। ਪ੍ਰੋਟੀਨ ਕਾਦੇ ਤੋਂ ਬਣਦੇ ਨੇ ਜੀ? ਪ੍ਰੋਟੀਨ ਬਣਦੇ ਨੇ ਅਮੀਨੋ ਅਮਲ ਤੋਂ, ਅਮੀਨੋ ਐਸਿਡ ਤੋਂ ਪ੍ਰੋਟੀਨ ਦਾ ਜਿਹੜਾ ਹੈ ਨਿਰਮਾਣ ਹੁੰਦਾ ਹੈ। ਪ੍ਰੋਟੀਨ ਦਾ ਜਿਹੜਾ ਨਿਰਮਾਣ ਹੈ ਜੀ ਉਹ ਅਮੀਨੋ ਐਸਿਡ ਤੋਂ ਹੁੰਦਾ ਹੈ। ਪ੍ਰੋਟੀਨ ਦਾ ਨਿਰਮਾਣ ਕਾਦੇ ਤੋਂ ਹੁੰਦਾ ਹੈ ਜੀ? ਅਮੀਨੋ ਐਸਿਡ ਤੋਂ ਪ੍ਰੋਟੀਨ ਦਾ ਨਿਰਮਾਣ ਹੁੰਦਾ ਹੈ। 20 ਅਮੀਨੋ ਅਮਲ ਮਿਲ ਕੇ ਇੱਕ ਪ੍ਰੋਟੀਨ ਦਾ ਨਿਰਮਾਣ ਕਰਦੇ ਨੇ, ਜਿਹਦੇ ਵਿੱਚ 10 ਜ਼ਰੂਰੀ ਹੁੰਦੇ ਨੇ ਤੇ 10 ਇੰਨੇ ਜ਼ਿਆਦਾ ਜ਼ਰੂਰੀ ਨਹੀਂ ਹੁੰਦੇ। 10 ਜ਼ਰੂਰੀ ਕਿਉਂ ਨਹੀਂ ਹੁੰਦੇ? ਕਿਉਂਕਿ ਉਹ ਆਪਣੀ ਬੋਡੀ ਵਿੱਚ ਆਲਰੇਡੀ ਪਾਏ ਜਾਂਦੇ ਆ, ਉਹਨਾਂ ਵਿੱਚ ਕਮੀ ਕਦੇ ਵੀ ਨਹੀਂ ਆਉਂਦੀ। ਜਿਹੜੇ ਆਪਾਂ ਨੂੰ ਬਾਹਰ ਤੋਂ ਲੈਣੇ, ਆਪਾਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈਣੇ ਆ 10 ਜਿਹੜੇ ਮੈਂ ਲਿਖਿਆ ਜ਼ਰੂਰੀ, ਜਿਹਨੂੰ ਤੁਸੀਂ ਇੰਗਲਿਸ਼ ਵਿੱਚ ਕਹਿ ਸਕਦੇ ਹੋ ਅਸੈਂਸ਼ੀਅਲ, ਤੇ ਇਹਨੂੰ ਤੁਸੀਂ ਕਹਿ ਸਕਦੇ ਹੋ ਨੋਨ ਅਸੈਂਸ਼ੀਅਲ। ਕੀ ਕਹਿ ਸਕਦੇ ਹੋ ਇਹਨੂੰ? ਇਹਨੂੰ ਤੁਸੀਂ ਕਹਿ ਸਕਦੇ ਹੋ ਨੋਨ ਅਸੈਂਸ਼ੀਅਲ। ਇਹ ਆਪਣੀ ਬੋਡੀ 'ਚ ਆਲਰੇਡੀ ਹੁੰਦੇ ਆ, ਇਹ ਆਪਾਂ ਨੂੰ ਖਾਣ ਪੀਣ ਦੀ ਚੀਜ਼ ਤੋਂ ਲੈਣੇ ਪੈਂਦੇ ਤੇ ਕਮੀ ਇਹਦੇ ਵਿੱਚ ਹੀ ਹੁੰਦੀ ਹੈ ਆਲਰੇਡੀ। समझ में आई है? तो चलो नेक्स्ट क्वेश्चन से देखते हैं। नेक्स्ट क्वेश्चन आप देखते हैं। नेक्स्ट क्वेश्चन है अपना, विटामिन सी का रसायनिक नाम की है? विटामिन सी का रसायनिक नाम होंदा है एस्कोर्बिक एसिड। एस्कोर्बिक एसिड की होंदा है जी? एस्कोर्बिक एसिड की होंदा है? एस्कोर्बिक एसिड। इनू सिट्रिक एसिड भी कहा जाता है, ध्यान रखियो। एस्कोर्बिक एसिड ते एक नाम होर की दे दिंने आपां नू सिट्रिक एसिड। जिद्दां संतरा हो गया, आंवला हो गया, आंवले दे विच सब तो ज़्यादा सिट्रिक एसिड हुंदा है, ये ध्यान रखनी है तुसीं गल। ते उदां ही विटामिन सी भी सब तो ज़्यादा आंवले दे विच हुंदा है, खट्टे पदार्थां दे विच जे गिणीए तां आंवला जिहड़ा वो सिट्रिक एसिड का सब तो वड्डा सोर्स जिहड़ा हुंदा है। ठीक है, उस तरीके नाल मैं विटामिन ए दा मैं तुहानूं सारी टेबल करवाई सी। विटामिन ए दा जिहड़ा कैमिकल नाम हुंदा है रेटिनोल।
ਕੀ ਹੁੰਦਾ ਹੈ ਰੇਟੀਨੋਲ। ਇਹਦੀ ਕਮੀ ਤੋਂ ਰੋਗ ਜਿਹੜਾ ਹੋ ਜਾਂਦਾ, ਇਹਦੀ ਕਮੀ ਤੋਂ ਹੁੰਦਾ ਸਕਰਵੀ ਰੋਗ, ਸਿਟਰਿਕ ਐਸਿਡ ਦੀ ਕਮੀ ਤੋਂ ਵਿਟਾਮਿਨ ਸੀ ਦੀ, ਇਹਦੀ ਕਮੀ ਤੋਂ ਹੁੰਦਾ ਨਾਈਟ ਬਲਾਈਂਡਨੈਸ, ਕੀ ਹੁੰਦਾ ਰਾਤ ਨੂੰ ਦਿਖਣਾ ਜਿਹੜਾ ਉਹ ਬੰਦ ਹੋ ਜਾਂਦਾ, ਨਾਈਟ ਬਲਾਈਂਡਨੈਸ ਡਿਜ਼ੀਜ਼ ਜਿਹੜਾ ਉਹ ਇਹਦੇ ਤੋਂ ਹੋ ਜਾਂਦਾ, ਨਾਈਟ ਬਲਾਈਂਡਨੈਸ ਡਿਜ਼ੀਜ਼ ਜਿਹੜਾ ਉਹ ਹੋ ਜਾਂਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਜਿਹੜਾ ਆਪਣਾ ਨੈਕਸਟ ਕੁਐਸਚਨ ਹੈ ਜੀ, ਪ੍ਰਿਥਵੀ ਜਾਂ ਧਰਤੀ, ਧਰਤੀ ਦੀ ਸਤਹ ਤੇ ਓਜ਼ੋਨ ਪਰਤ ਕਿਹੜੀਆਂ ਕਿਰਨਾਂ ਤੋਂ ਬਚਾਉਂਦੀ ਹੈ, ਕਿਹੜੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ, ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ, ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ। ਕਿ ਕਿਹੜੀਆਂ ਹਾਨੀਕਾਰਕ ਹਾਰਮਫੁਲ ਰੇਜ਼ ਹੁੰਦੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਓਜ਼ੋਨ ਲੇਅਰ ਜਿਹੜੀ ਹੈ ਪ੍ਰੋਟੈਕਟ ਕਰਦੀ ਹੈ, ਤਾਂ ਤੁਸੀਂ ਦੱਸੋਗੇ ਪੈਰਾ ਬੈਂਗਨੀ ਕਿਰਨਾਂ, ਪੈਰਾ ਬੈਂਗਨੀ ਕਿਰਨਾਂ, ਪੈਰਾ ਬੈਂਗਨੀ ਕਿਰਨਾਂ, ਜਿਨ੍ਹਾਂ ਨੂੰ ਤੁਸੀਂ ਇੰਗਲਿਸ਼ 'ਚ ਕਹਿ ਦਿੰਦੇ ਹੋ ਅਲਟਰਾ ਵਾਇਲਟ ਰੇਜ਼, ਅਲਟਰਾ ਵਾਇਲਟ ਰੇਜ਼ ਤੋਂ ਆਪਾਂ ਨੂੰ ਇਹ ਪ੍ਰੋਟੈਕਟ ਕਰਦੀ ਹੈ। ਕਿਹਦੇ ਤੋਂ ਪ੍ਰੋਟੈਕਟ ਕਰਦੀ ਹੈ? ਅਲਟਰਾ ਵਾਇਲਟ ਰੇਜ਼ ਤੋਂ। ਜੇ ਆ ਪੈਰਾ ਬੈਂਗਨੀ ਕਿਰਨਾਂ ਸਿੱਧੀਆਂ ਅਰਥ ਤੇ ਆ ਜਾਣ, ਓਜ਼ੋਨ ਪਰਤ ਨਾ ਪ੍ਰੋਟੈਕਟ ਕਰੇ, ਤਾਂ ਸਕਿਨ ਕੈਂਸਰ ਨਾਮ ਦੀ ਡਿਜ਼ੀਜ਼ ਹੋ ਜਾਂਦੀ ਹੈ, ਸਕਿਨ ਕੈਂਸਰ ਨਾਮ ਦੀ ਜਿਹੜੀ ਹੈ ਰੋਗ ਹੋ ਜਾਂਦਾ ਹੈ। ਉੱਦਾਂ ਹੀ ਜੇ ਪੁੱਛਿਆ ਜਾਵੇ ਆਪਣੇ ਕੋਲੋਂ ਕਿ ਦੱਸੋ ਬਈ ਓਜ਼ੋਨ ਪਰਤ ਜਿਹੜੀ ਹੈ ਉਹ ਵਾਯੂਮੰਡਲ ਦੀ, ਐਟਮੋਸਫੇਅਰ ਦੀ ਕਿਹੜੀ ਪਰਤ ਤੇ, ਕਿਹੜੀ ਲੇਅਰ ਤੇ ਪਾਈ ਜਾਂਦੀ ਹੈ, ਤਾਂ ਤੁਸੀਂ ਦੱਸੋਗੇ ਸਮਤਾਪ ਮੰਡਲ ਤੇ। ਕਿਹੜੀ ਤੇ? ਸਮਤਾਪ ਮੰਡਲ ਤੇ, ਜਿੱਥੇ ਜਿਹੜਾ ਤਾਪਮਾਨ ਹੁੰਦਾ ਹੈ, ਟੈਂਪਰੇਚਰ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ? ਆਲਮੋਸਟ ਬਰਾਬਰ ਹੁੰਦਾ ਹੈ। ਠੀਕ ਹੈ। ਇਹਨੂੰ ਇੰਗਲਿਸ਼ 'ਚ ਕਹਿੰਦੇ ਆ ਟ੍ਰੋਪੋਸਫੀਅਰ, ਸੌਰੀ ਸਟ੍ਰੇਟੋਸਫੀਅਰ, ਸਟ੍ਰੇਟੋਸਫੀਅਰ। ਠੀਕ ਹੈ, ਸਟ੍ਰੇਟੋਸਫੀਅਰ ਇਹਨੂੰ ਇੰਗਲਿਸ਼ 'ਚ ਕਹਿੰਦੇ ਆ। ਠੀਕ ਹੈ। ਹੋਪ ਸੋ ਤੁਹਾਨੂੰ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਸਾਰੀਆਂ ਸਮਝ ਆ ਰਹੀਆਂ ਹੋਣਗੀਆਂ। ਨੈਕਸਟ ਜਿਹੜਾ ਆਪਣਾ ਕੁਐਸਚਨ ਹੈ ਉਹ ਹੈਗਾ ਹੈ ਜੀ, ਨੈਕਸਟ ਜਿਹੜਾ ਆਪਣਾ ਕੁਐਸਚਨ ਹੈ ਉਹ ਹੈਗਾ ਨਾਈਟ੍ਰੋਜਨੀ, ਨਾਈਟ੍ਰੋਜਨੀ, ਨਾਈਟ੍ਰੋਜਨ ਉਰਵਰਕ। ਠੀਕ ਹੈ। ਜਾਂ ਤੁਸੀਂ ਲਿਖ ਸਕਦੇ ਹੋ ਪੈਸਟੀਸਾਈਡ। ਕਿਹੜਾ ਹੁੰਦਾ ਹੈ? ਨਾਈਟ੍ਰੋਜਨੀ ਪੈਸਟੀਸਾਈਡ, ਜਿਹਦੇ ਵਿੱਚ ਸਿਰਫ ਨਾਈਟ੍ਰੋਜਨ ਹੁੰਦੀ ਹੈ, ਉਹ ਕਿਹੜਾ ਹੁੰਦਾ ਹੈ? ਤੇ ਉਹ ਹੁੰਦਾ ਜੀ ਯੂਰੀਆ। ਯੂਰੀਆ ਜਿਹੜੀ ਹੁੰਦੀ ਹੈ, ਯੂਰੀਆ ਖਾਦ, ਉਹਦੇ ਵਿੱਚ ਸਿਰਫ ਜ਼ਿਆਦਾ ਮਾਤਰਾ ਕਿਹਦੀ ਹੁੰਦੀ ਹੈ? ਨਾਈਟ੍ਰੋਜਨ ਦੀ। ਫਾਰਮੂਲਾ ਯੂਰੀਆ ਦਾ ਤੁਸੀਂ ਮੈਨੂੰ ਦੱਸੋਗੇ ਕੀ ਹੁੰਦਾ ਹੈ? ਫਾਰਮੂਲਾ ਯੂਰੀਆ ਦਾ ਤੁਸੀਂ ਮੈਨੂੰ ਕਮੈਂਟ ਕਰਕੇ, ਹਰ ਵੀਡੀਓ 'ਚ ਇੱਕ ਕੁਐਸਚਨ ਦਿੰਦੇ ਆ ਤੁਹਾਨੂੰ, ਤੁਸੀਂ ਆ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਯੂਰੀਆ ਦਾ ਫਾਰਮੂਲਾ ਕੀ ਹੁੰਦਾ ਹੈ। ਕੀ ਦੱਸਣਾ ਤੁਸੀਂ? ਯੂਰੀਆ ਦਾ ਫਾਰਮੂਲਾ ਕੀ ਹੁੰਦਾ ਹੈ, ਤੁਸੀਂ ਦੱਸਣਾ ਮੈਨੂੰ। ਕਲੀਅਰ ਹੈ ਨੀ ਗੱਲ? ਕਮੈਂਟ ਕਰਕੇ ਦੱਸਣਾ ਯੂਰੀਆ ਦਾ ਫਾਰਮੂਲਾ ਕੀ ਹੁੰਦਾ ਹੈ। ਠੀਕ ਹੈ। ਇੰਨਾ ਕੁ ਤਾਂ ਤੁਸੀਂ ਚੈੱਕ ਕਰਕੇ ਦੱਸ ਹੀ ਸਕਦੇ ਹੋ ਮੈਨੂੰ। ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਹੈ ਜੀ ਆਪਣਾ, ਨੈਕਸਟ ਕੁਐਸਚਨ ਹੈ ਕੁਨੈਨ, ਕੁਨੈਨ ਕਿਹੜੇ ਪੌਦੇ ਤੋਂ ਮਿਲਦੀ ਹੈ? ਕਿਹੜੇ ਪਲਾਂਟ ਤੋਂ ਮਿਲਦੀ ਹੈ? ਕਿਹੜੇ ਪਲਾਂਟ ਤੋਂ ਮਿਲਦੀ ਹੈ? ਕੁਨੈਨ ਸਭ ਤੋਂ ਪਹਿਲਾਂ ਹੁੰਦੀ ਕੀ ਹੈ? ਇੱਕ ਦਵਾਈ ਹੁੰਦੀ ਹੈ ਜਿਹੜੀ ਮਲੇਰੀਆ ਤੋਂ ਬਚਾਉਂਦੀ ਹੈ। ਮਲੇਰੀਆ ਬੁਖਾਰ ਹੋ ਜੇ, ਠੰਡ ਲੱਗ ਕੇ, ਸਰਦੀ ਲੱਗ ਕੇ ਹੁੰਦਾ, ਆਪਾਂ ਕੀ ਦਿੰਦੇ ਹਾਂ ਉਹਨੂੰ? ਕੁਨੈਨ ਦੀ ਗੋਲੀ ਦਿੰਦੇ ਹਾਂ। ਕਾਫੀ ਪੁਰਾਣਾ ਇਲਾਜ ਹੈ। ਤਾਂ ਕਿਹੜੇ ਪਲਾਂਟ ਤੋਂ ਪ੍ਰਾਪਤ ਹੁੰਦੀ ਹੈ? ਤਾਂ ਤੁਸੀਂ ਦੱਸੋਗੇ ਸਿਨਕੋਨਾ, ਸਿਨਕੋਨਾ ਪੌਦੇ ਦੀ ਛਾਲ ਤੋਂ, ਛਾਲ ਤੋਂ ਪ੍ਰਾਪਤ ਹੁੰਦੀ ਹੈ। ਠੀਕ ਹੈ। ਸਿਨਕੋਨਾ ਪੌਦੇ ਦੀ ਛਾਲ ਤੋਂ ਪ੍ਰਾਪਤ ਹੁੰਦੀ ਹੈ। ਮਲੇਰੀਆ ਡਿਜ਼ੀਜ਼ ਹੋ ਜਾਂਦਾ ਹੈ। ਮਲੇਰੀਆ ਇੱਕ ਪਰਜੀਵੀ ਤੋਂ ਹੁੰਦਾ ਹੈ, ਪੈਰਾਸਾਈਟ ਤੋਂ ਹੁੰਦਾ ਹੈ, ਪਰਜੀਵੀ ਤੋਂ ਹੁੰਦਾ ਹੈ। ਧਿਆਨ ਰੱਖਿਓ, ਜੀਵਾਣੂ, ਵਿਸ਼ਾਣੂ, ਪਰਜੀਵੀ। ਠੀਕ ਹੈ। ਪੈਰਾਸਾਈਟ ਪਰਜੀਵੀ ਤੋਂ ਹੁੰਦਾ ਹੈ। ਕਿਹੜੇ ਪਰਜੀਵੀ ਤੋਂ ਹੁੰਦਾ ਹੈ? ਪਲਾਜ਼ਮੋਡੀਅਮ ਤੋਂ। ਕਿਹੜੇ ਪਰਜੀਵੀ ਤੋਂ ਹੁੰਦਾ ਹੈ? ਪਲਾਜ਼ਮੋਡੀਅਮ ਪਰਜੀਵੀ ਤੋਂ ਹੁੰਦਾ ਹੈ। ਪਲਾਜ਼ਮੋਡੀਅਮ ਪਰਜੀਵੀ ਤੋਂ ਹੁੰਦਾ ਹੈ। ਪਲਾਜ਼ਮੋਡੀਅਮ ਤੋਂ। ਕਿਹਦੇ ਤੋਂ? ਪਲਾਜ਼ਮੋਡੀਅਮ ਤੋਂ। ਇਹ ਪਲਾਜ਼ਮੋਡੀਅਮ ਪਰਜੀਵੀ ਜਿਹੜਾ ਹੁੰਦਾ ਹੈ, ਕਿਉਂਕਿ ਤੁਸੀਂ ਕਾਫੀ ਰੂਬਰੂ ਹੋ ਇੱਕ ਮੱਛਰ ਤੋਂ ਜਿਹਦਾ ਨਾਮ ਹੈ ਮਾਦਾ ਐਨਾਫਲੀਜ਼, ਮਾਦਾ ਐਨਾਫਲੀਜ਼, ਐਨਾਫਲੀਜ਼, ਮਾਦਾ ਐਨਾਫਲੀਜ਼ ਮੱਛਰ ਤੋਂ ਇਹ ਜਿਹੜਾ ਹੈ ਡਿਜ਼ੀਜ਼, ਇਹ ਪਲਾਜ਼ਮੋਡੀਅਮ ਜਿਹੜਾ ਹੈ ਮਾਦਾ ਐਨਾਫਲੀਜ਼ ਵਿੱਚ ਪਾਇਆ ਜਾਂਦਾ ਹੈ, ਜਿਹੜਾ ਆਪਾਂ ਨੂੰ ਜੇ ਕੱਟ ਲੇ ਤਾਂ ਹੋ ਜਾਂਦਾ ਹੈ ਰੋਗ ਕਿਹੜਾ? ਮਲੇਰੀਆ। ਸਮਝ ਆ ਗਈ? ਜਿਹਦੇ ਇਲਾਜ ਵਾਸਤੇ ਆਪਾਂ ਕੁਨੈਨ ਦਾ ਯੂਜ਼ ਕਰਦੇ ਹਾਂ। ਕੁਨੈਨ ਪ੍ਰਾਪਤ ਹੁੰਦੀ ਹੈ ਆਪਾਂ ਨੂੰ। ਕੁਨੈਨ ਕਿੱਥੋਂ ਮਿਲਦੀ ਹੈ? ਸਿਨਕੋਨਾ ਪਾਦਪ ਦੀ ਛਾਲ ਤੋਂ। ਸਮਝ ਆ ਗਈ ਕੁਐਸਚਨ ਇਹਨਾਂ? ਉਸ ਤੋਂ ਬਾਅਦ ਚੱਲਦੇ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਜਿਹੜਾ ਹੈਗਾ ਆਪਣਾ ਉਹ ਹੈਗਾ ਜੀ, ਨੈਕਸਟ ਕੁਐਸਚਨ ਹੈ ਆਪਣਾ
ਕਿਹੜੇ ਗ੍ਰਹਿ ਨੂੰ ਸੂਰਜ ਦੀ ਪਰਿਕਰਮਾ ਕਰਨ ਤੇ 88 ਦਿਨ ਦਾ ਸਮਾਂ ਲੱਗਦਾ ਹੈ? ਕਿਹੜੇ ਪਲੈਨਟ ਨੂੰ ਸੂਰਜ ਦਾ ਇੱਕ ਚੱਕਰ ਕੱਟਣ 'ਚ ਕਿੰਨੇ ਟਾਈਮ ਸਮਾਂ ਲੱਗਦਾ ਹੈ? 88 ਦਿਨ ਦਾ ਸਮਾਂ ਲੱਗਦਾ ਹੈ। ਤਾਂ ਤੁਸੀਂ ਦੱਸੋਗੇ ਬੁੱਧ। ਤੁਸੀਂ ਕੀ ਦੱਸੋਗੇ? ਬੁੱਧ। ਬੁੱਧ, ਠੀਕ ਹੈ। 88 ਦਿਨ ਦਾ ਸਮਾਂ। ਸਭ ਤੋਂ ਘੱਟ ਸਮਾਂ ਲੱਗਦਾ ਹੈ, ਤੁਸੀਂ ਦੱਸਣਾ ਹੈ। ਕੁਐਸਚਨ ਪੁੱਛਿਆ ਜਾਏ ਕਿ ਸਭ ਤੋਂ ਘੱਟ ਸਮੇਂ ਦੇ ਵਿੱਚ ਕਿਹੜਾ ਗ੍ਰਹਿ ਸੂਰਜ ਦੇ ਚਾਰੋਂ ओर ਇੱਕ ਚੱਕਰ ਪੂਰਾ ਕਰ ਲੈਂਦਾ? ਬੁੱਧ ਕਰ ਲੈਂਦਾ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਆ ਕਿ ਬੁੱਧ ਜਿਹੜਾ ਉਹ ਸੂਰਜ ਦੇ ਸਭ ਤੋਂ ਨਜ਼ਦੀਕੀ ਗ੍ਰਹਿ, ਔਰ ਸਭ ਤੋਂ ਦੂਰ ਜਿਹੜਾ ਹੈ ਉਹ ਕਿਹੜਾ? ਸਭ ਤੋਂ ਦੂਰ ਵਰੁਣ ਯਾਨੀ ਯੂਰੇਨਸ। ਕਿਹੜਾ ਹੈ? ਯੂਰੇਨਸ। ਕਲੀਅਰ ਹੈ? ਇੰਨੀ ਗੱਲ ਸਮਝ ਆ ਗਈ? ਵਰੁਣ ਜਿਹੜਾ ਉਹ ਸਭ ਤੋਂ ਦੂਰ ਗ੍ਰਹਿ, ਠੀਕ ਹੈ। ਤੇ ਅਰਥ ਨੂੰ ਕਿੰਨਾ ਟਾਈਮ ਲੱਗਦਾ? ਅਰਥ ਨੂੰ ਲੱਗਦਾ 365 ਦਿਨ। ਅਰਥ ਨੂੰ ਕਿੰਨਾ ਟਾਈਮ ਲੱਗਦਾ? 365 ਦਿਨ। ਜਦੋਂ 365 ਦਿਨ ਪੂਰੇ ਹੋ ਜਾਂਦੇ ਆ ਉਦੋਂ ਇੱਕ ਸਾਲ ਦਾ ਨਿਰਮਾਣ ਹੁੰਦਾ ਹੈ, ਇੱਕ ਸਾਲ ਬਣਦਾ ਹੈ। ਸਮਝ ਆਈ ਇੰਨੀ ਗੱਲ? ਹੁਣ ਦੇਖੋ ਪ੍ਰਿਥਵੀ ਤੇ ਯਾਨੀ ਅਰਥ ਤੇ 365 ਦਿਨ ਦੇ ਸਮੇਂ ਦਾ ਇੱਕ ਸਾਲ ਹੋ ਗਿਆ, ਉਦਾਂ ਹੀ ਬੁੱਧ ਇੱਕ ਸਾਲ ਵਿੱਚ ਕਿੰਨੇ ਦਿਨ ਹੁੰਦੇ ਆ? 88 ਦਿਨ। ਐਵੇਂ ਦੇ ਹੀ ਕੁਐਸਚਨ ਪੁੱਛੇ ਜਾਣਗੇ ਕਿ ਬੁੱਧ 'ਚ ਇੱਕ ਸਾਲ ਵਿੱਚ ਕਿੰਨੇ ਦਿਨ ਹੁੰਦੇ ਆ, ਤਾਂ ਤੁਸੀਂ ਕੀ ਦੱਸੋਗੇ? 88, ਕਿਉਂਕਿ ਉਹਨੂੰ ਪ੍ਰਿਥਵੀ ਸੂਰਜ ਦੇ ਚਾਰੋਂ ओर ਚੱਕਰ ਪੂਰਾ ਕਰਨ 'ਚ 88 ਦਿਨ ਦਾ ਸਮਾਂ ਲੱਗਦਾ, ਠੀਕ ਹੈ। ਉਦਾਂ ਹੀ ਤੁਹਾਡੇ ਤੋਂ ਪੁੱਛਿਆ ਜਾਏ ਕਿ ਅਰਥ ਜਿਹੜਾ ਹੈ ਉਹ ਪ੍ਰੋਪਰ ਟਾਈਮ ਕੀ ਹੈ? 365 ਦਿਨ ਹੈ, ਠੀਕ ਹੈ। 56 ਮਿੰਟ 48 ਸੈਕਿੰਡ 48 ਸੈਕਿੰਡ, ਠੀਕ ਹੈ। ਇੰਨਾ ਸਮਾਂ ਲੱਗਦਾ ਹੈ। 365 ਦਿਨ। 5 ਘੰਟੇ ਰਹਿ ਗਏ ਇਹਦੇ ਵਿੱਚ ਲਿਖਣੇ। 5 ਘੰਟੇ